ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਸ਼ੁਰੂ ਕਰਦੇ ਹਾਂ ਜੀ। ਡਾਕਟਰ ਸਾਹਿਬ, ਅੱਜ 21 ਮਈ 2014 8 ਜੇਠ ਨਾਨਕਸ਼ਾਹੀ ਸੰਮਤ 546 ਦਾ ਦਿਨ ਹੈ ਤੇ ਇਸ ਤੋਂ ਪਹਿਲਾਂ ਮੈਂ ਆਪਣੇ ਦਰਸ਼ਕਾਂ ਵੱਲੋਂ ਆਈਆਂ ਈਮੇਲ ਤੇ ਮੈਸੇਜ ਨੂੰ ਪੜ੍ਹਾਂ ਤੇ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਕੋਈ ਅਹਿਮ ਮੁੱਦਾ। ਦੇਖੋ, ਅਸੀਂ ਅਜੇ ਵੀ ਜਿਹੜੇ ਭਾਰਤੀ ਪਾਰਲੀਮੈਂਟ ਦੇ ਚੋਣ ਨਤੀਜੇ ਨੇ ਔਰ ਨਰਿੰਦਰ ਮੋਦੀ ਦੀ ਸੀਨ ਦੇ ਉੱਤੇ ਆਮਦ, ਉਸ ਦੇ ਪ੍ਰਧਾਨ ਮੰਤਰੀ ਬਣਨ ਦੇ ਪਿੱਛੇ ਕਿਹੜੀਆਂ ਤਾਕਤਾਂ ਨੇ, ਬਣਨ ਤੋਂ ਬਾਅਦ ਉਸ ਦਾ ਕੀ ਰਵੱਈਆ ਹੋਏਗਾ, ਇਹ ਚਰਚਾ ਅਸੀਂ ਆਪਣੇ ਤੌਰ ਤੇ ਤਾਂ 2 ਦਿਨ ਪਹਿਲਾਂ ਕੀਤੀ ਹੈ ਜੀ। ਪਰ ਦੁਨੀਆ ਦੇ ਗੰਭੀਰ ਚਿੰਤਕ ਔਰ ਖਾਸ ਤੌਰ ਤੇ ਇੰਟਰਨੈਸ਼ਨਲ ਮੀਡੀਆ ਵਿੱਚ ਇਸ ਡਿਵੈਲਪਮੈਂਟ ਨੂੰ ਕਿਵੇਂ ਦੇਖਿਆ ਜਾ ਰਿਹਾ, ਇਸ ਜਿੱਤ ਦਾ ਅਸਲ ਪਿਛੋਕੜ ਕੀ ਹੈ। ਸੋ ਸਾਡੀ ਇਹ ਕੋਸ਼ਿਸ਼ ਹੈ ਕਿ ਅਸੀਂ ਜਿਹੜਾ ਵਰਲਡ ਵਿਊ ਹੈ ਉਸ ਨੂੰ ਵੀ ਆਪਣੇ ਦਰਸ਼ਕਾਂ ਸਰੋਤਿਆਂ ਦੇ ਨਾਲ ਸਾਂਝਾ ਕਰੀਏ। ਸੋ ਮੇਰੀਆਂ ਨਜ਼ਰਾਂ ਚੋਂ 16 ਮਈ ਦਾ 2-3 ਦਿਨ ਪਹਿਲਾਂ ਦਾ ਲਿਖਿਆ ਗਾਰਡੀਅਨ ਅਖਬਾਰ ਦੇ ਵਿੱਚ ਇੱਕ ਆਰਟੀਕਲ, ਜਿਹਨੂੰ ਲਿਖਣ ਵਾਲੇ ਵੀ ਇੱਕ ਹਿੰਦੂ ਵੀਰ ਨੇ, ਜਯਤੀ ਘੋਸ਼ ਜੀ ਉਹਨਾਂ ਦਾ ਨਾਂ ਹੈ, ਔਰ ਗਾਰਡਨ ਦੁਨੀਆ ਦੇ ਵਿੱਚ ਆਪਣਾ ਇੱਕ ਮੁਕਾਮ ਰੱਖਦਾ ਹੈ ਅਖਬਾਰ ਦੇ ਤੌਰ ਤੇ। ਔਰ ਓਪੀਨੀਅਨ ਹਮੇਸ਼ਾ ਹੀ ਜਿਹੜਾ ਗਾਰਡੀਅਨ, ਨਿਊਯਾਰਕ ਟਾਈਮਸ ਜਾਂ ਟੋਰਾਂਟੋ ਸਟਾਰ ਛਪਦੇ ਨੇ ਉਹ ਵਰਲਡ ਲੈਵਲ ਦੇ ਹੁੰਦੇ ਨੇ ਜੀ। ਸੋ ਇਸ ਆਰਟੀਕਲ 'ਚ ਉਹਨਾਂ ਨੇ ਉਹਦਾ ਸਿਰਲੇਖ ਹੀ ਦਿੱਤਾ ਹੈ, ਇਹ ਲੈਂਡਸਲਾਈਡ ਫॉर ਮੋਦੀ ਐਂਡ ਬੀਜੇਪੀ ਓਬਲੀਕ RSS, ਇਹ ਵਿਨ ਫॉर ਕਾਰਪੋਰੇਟ ਇੰਡੀਆ ਐਂਡ ਹਿੰਦੂ ਮੈਜੋਰੀਟੇਰੀਅਨਿਜ਼ਮ, ਜਿਸ ਦਾ ਅਰਥ ਹੈ ਕਿ ਵੀ ਇੱਕ ਬੜੀ ਜ਼ਬਰਦਸਤ ਜਿੱਤ ਮੋਦੀ ਦੀ ਜੀ, ਬੀਜੇਪੀ ਦੀ, RSS ਦੀ। ਤੇ ਦੂਸਰਾ ਹੈਡਿੰਗ ਹੈ ਇਹ ਵਿਨ ਫॉर ਕਾਰਪੋਰੇਟ ਇੰਡੀਆ, ਕਿ ਜਿਹੜੇ ਅਮੀਰ ਘਰਾਣੇ ਨੇ, ਸਨਅਤੀ ਘਰਾਣੇ ਨੇ, ਉਹਨਾਂ ਦੀ, ਤੇ ਹਿੰਦੂ ਮੈਜੋਰੀਟੇਰੀਅਨਿਜ਼ਮ ਤੇ ਹਿੰਦੂ ਬਹੁ ਗਿਣਤੀ ਦੀ ਜਿੱਤ। ਸੋ ਇਸ ਤੋਂ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਵੀ ਇਸ ਆਰਟੀਕਲ ਦੇ ਵਿੱਚ ਕੀ ਜਿਹੜਾ ਉਹਨਾਂ ਨੇ ਤੱਤ ਕੱਢਿਆ ਹੋਏਗਾ। ਸੋ ਉਸ ਦੇ ਕੁਝ ਜਿਹੜਾ, ਕਿਉਂਕਿ ਬਰੀਫ ਹੈ ਰਾਈਟ ਅਪ, ਔਰ ਮੈਂ ਸਮਝਦਾ ਵੀ ਅਸੀਂ ਇਸ ਵਿਊ ਪੁਆਇੰਟ ਨੂੰ ਵੀ, ਜਿਹੜੇ ਕਿ ਚੰਗੀ ਸੋਚ ਰੱਖਣ ਵਾਲੇ ਹਿੰਦੂ ਵੀਰ ਨੇ ਔਰ ਅੰਤਰਰਾਸ਼ਟਰੀ ਤੌਰ ਦੇ ਉੱਤੇ ਉਹ ਦੇਖਦੇ ਨੇ ਕਿ ਇਹ ਡਿਵੈਲਪਮੈਂਟਸ ਕਿੱਧਰ ਨੂੰ ਲਿਜਾ ਰਹੀਆਂ ਜੀ, ਇਹ ਜ਼ਿਆਦਾ ਇੰਪੋਰਟੈਂਟ ਹੁੰਦਾ। ਅਸੀਂ ਤਾਂ ਬਤੌਰੇ ਸਿੱਖ ਸੋਚਦੇ ਹਾਂ, ਮੁਸਲਮਾਨ ਵੀਰ ਜਾਂ ਮੁਸਲਮਾਨ ਰਾਈਟਰ ਬਤੌਰੇ ਮੁਸਲਮਾਨ ਸੋਚਣਗੇ, ਈਸਾਈ ਬਤੌਰੇ ਈਸਾਈ ਸੋਚਣਗੇ, ਜਿਹੜੇ ਭਾਰਤ ਦੇ ਨਕਸ਼ੇ 'ਚ ਨੇ, ਕਿਉਂਕਿ ਉਹਨਾਂ ਨੂੰ ਤਾਂ ਨਜ਼ਰ ਆ ਰਿਹਾ ਕਿ ਮੋਦੀ ਦੇ ਆਉਣ ਨਾਲ ਕੀ ਹੋਏਗਾ ਜਾਂ ਕੀ ਚੇਂਜਸ ਹੋਣਗੇ। ਸੋ ਗਾਰਡੀਅਨ ਦਾ ਰਾਈਟ ਅਪ ਹੈ, ਦਿਸ ਜਨਰਲ ਇਲੈਕਸ਼ਨ ਇਨ ਇੰਡੀਆ ਵਾਜ਼ ਆਲਮੋਸਟ ਅ ਟੈਸਟ ਕਾਜ਼, just as advertising can make people want a particular brand of soft drink or breakfast cereal, can a massively funded and aggressive media campaign make people choose a particular leader। ਕਿ ਇਹ ਜਿਹੜਾ ਭਾਰਤ ਦੇ ਵਿੱਚ ਹੋਈਆਂ ਆਮ ਚੋਣਾਂ ਨੇ, ਇਹ ਇੱਕ ਟੈਸਟ ਕੇਸ ਸੀ, ਇਹ ਇੱਕ ਇਮਤਿਹਾਨ ਸੀ ਇਸ ਗੱਲ ਦਾ ਕਿ ਜਿਸ ਤਰੀਕੇ ਦੇ ਨਾਲ ਜੇ ਕਿਸੇ ਖਾਸ ਬ੍ਰਾਂਡ ਦੀ ਸੌਫਟ ਡਰਿੰਕ ਜਾਂ ਤੁਸੀਂ ਬ੍ਰੇਕਫਾਸਟ ਕਿਹੜੀ ਸੀਰੀਅਲ ਲੈਣੀ ਹੈ, ਉਹਦੇ ਬਾਰੇ ਜਦੋਂ ਐਡਵਰਟਾਈਜ਼ ਕੀਤਾ ਜਾਂਦਾ ਹੈ ਬਹੁਤ ਜ਼ਿਆਦਾ, ਤੇ ਲੋਕ ਜ਼ਾਹਰ ਹੈ ਉਸ ਦਾ ਅਸਰ ਕਬੂਲਦੇ ਨੇ। ਸੋ ਇਹੀ ਇੱਕ ਟੈਸਟ ਕੇਸ ਸੀ ਕਿ ਕੀ ਇਹ ਐਡਵਰਟਾਈਜ਼ਮੈਂਟ ਵਾਂਗ ਜੇ ਕੋਈ ਪ੍ਰੋਜੈਕਟ ਜਿਹੜਾ ਹੈ ਉਸ ਨੂੰ ਬਹੁਤ ਸਾਰੀ ਪੋਲੀਟੀਕਲੀ ਜਿਹੜਾ ਪ੍ਰੋਜੈਕਟ ਹੈ ਉਹਨੂੰ ਬਹੁਤ ਸਾਰੀ ਫੰਡਿੰਗ ਦਿੱਤੀ ਜਾਏ ਔਰ ਉਸ ਦੇ ਉੱਤੇ ਬਹੁਤ ਚੜ੍ਹ ਕੇ, ਜਿਹਨੂੰ ਕਹਿੰਦੇ ਨੇ ਐਗਰੈਸਿਵ ਮੀਡੀਆ ਕੈਂਪੇਨ ਕੀਤਾ ਜਾਏ, ਤੇ ਕੀ ਲੋਕ ਜਿਹੜੇ ਨੇ ਇਸ ਕੈਂਪੇਨ ਦੇ ਸਹਾਰੇ ਜਾਂ ਇਸ ਪ੍ਰੋਪੇਗੈਂਡੇ ਦੇ ਜ਼ੋਰ ਤੇ ਕਿਸੇ ਨੂੰ ਲੀਡਰ ਮੰਨ ਸਕਦੇ ਨੇ? ਤਾਂ ਆਨਸਰ ਸੈਡਲੀ ਸੀਮਸ ਟੂ ਬੀ ਯੈਸ। ਇਹ ਕਹਿੰਦੇ ਨੇ ਜੇ ਟੈਸਟ ਸੀ ਇਸ ਗੱਲ ਦਾ, ਤੇ ਮੈਂ ਬੜੇ ਦੁਖੀ ਹੋ ਕੇ ਇਹ ਕਹਿ ਰਿਹਾ ਕਿ ਇਹਦਾ ਜਵਾਬ ਹਾਂ 'ਚ ਹੈ। ਸੋ ਮਤਲਬ ਇਹ ਹੈ ਕਿ ਮੋਦੀ ਨੂੰ ਪੈਸੇ ਦੇ ਜ਼ੋਰ ਨਾਲ ਔਰ ਐਡਵਰਟਾਈਜ਼ਮੈਂਟ ਦੇ ਜ਼ੋਰ ਨਾਲ ਜਿਹੜਾ ਉਹ ਲੀਡਰ ਬਣਾ ਦਿੱਤਾ ਗਿਆ। It is hard to speak of one Indian electorate. There is so much variation across each state. ਭਾਰਤ ਵਿੱਚ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਇੱਕ ਕਿਸਮ ਦੇ ਵੋਟਰ ਨੇ, ਕਿਉਂਕਿ ਹਰ ਸਟੇਟ ਦੇ ਵਿੱਚ ਵੱਖੋ ਵੱਖਰੀ ਜਿਹੜੀ ਹੈ ਉਹ ਵਿਭਿੰਨਤਾ ਹੈ ਜਾਂ ਵੇਰੀਏਸ਼ਨ ਹੈ। ਬਟ ਬੋਥ ਲੋਕਲ ਐਂਡ ਨੈਸ਼ਨਲ ਇਸ਼ੂਜ਼ ਹੈਵ ਆਲਵੇਜ਼ ਬੀਨ ਸਿਗਨੀਫਿਕੈਂਟ। ਪਰ ਇਹਦੇ ਬਾਵਜੂਦ ਹਰ ਚੋਣ ਦੇ ਵਿੱਚ ਜਿਹੜੇ ਲੋਕਲ ਇਸ਼ੂ ਨੇ ਤੇ ਰਾਸ਼ਟਰ ਲੈਵਲ ਦੇ ਇਸ਼ੂ ਨੇ ਉਹ ਹਮੇਸ਼ਾ ਚੋਣਾਂ ਦੇ ਵਿੱਚ ਆਧਾਰ ਬਣਦੇ ਨੇ। The BJP's campaign this time was different, seeking to present one man as the national leader and creating an unprecedented media blitz around him for nearly a year so that voters simply got used to the idea
and even started believing the hype, though sheer repetition of the images and slogans. ਜੀ ਪਰ ਉਹਨਾਂ ਨੇ ਕਿਹਾ ਵੀ ਇਸ ਵਾਰ ਜਿਹੜਾ ਬੀਜੇਪੀ ਦੀ ਚੋਣ ਮੁਹਿੰਮ ਸੀ ਉਹ ਥੋੜੀ ਵੱਖਰੀ ਸੀ। ਉਹਨਾਂ ਨੇ ਇੱਕ ਬੰਦੇ ਨੂੰ ਰਾਸ਼ਟਰੀ ਹੀਰੋ ਦੇ ਤੌਰ ਤੇ ਪੇਸ਼ ਕੀਤਾ। ਉਹਦੇ ਦੁਆਲੇ ਇੰਨਾ ਜ਼ੋਰਦਾਰ ਮੀਡੀਆ ਦੀ ਜਿਹੜੀ ਹੈ ਉਹ ਪ੍ਰੈਜ਼ੈਂਸ ਰੱਖੀ ਕਿ ਆਲਮੋਸਟ 1 ਸਾਲ ਕਿ ਜਿਹੜੇ ਵੋਟਰ ਸੀ ਉਹਨਾਂ ਦੇ ਸਾਹਮਣੇ ਹੋਰ ਕੋਈ ਆਈਡੀਆ ਨਹੀਂ ਰਿਹਾ। ਉਹਨਾਂ ਦੇ ਸਾਹਮਣੇ ਇੱਕ ਹਾਈਪ ਸੀ ਔਰ ਉਹੀ ਇਮੇਜ ਔਰ ਉਹੀ ਨਾਰੇ ਬਾਰ-ਬਾਰ ਦੁਹਰਾਏ ਜਾ ਰਹੇ ਸੀ। ਉਹਨੂੰ ਨੇ ਕਿਹਾ ਮੀਡੀਆ ਬਲਿਟਸ, ਜਿਵੇਂ ਕਿਸੇ ਨੂੰ ਅੱਗ ਲਾ ਦਿੰਦੇ ਹੋ ਤੁਸੀਂ, ਇੱਦਾਂ ਮੀਡੀਆ ਨੇ ਚਾਰ ਚੁਫੇਰੇ ਅੱਗ ਲਾਈ ਕਿ ਮੋਦੀ ਤੋਂ ਬਿਨਾਂ ਨਾ ਕੋਈ ਹੋਰ ਇਮੇਜ ਸੀ ਨਾ ਕੋਈ ਹੋਰ ਨਾਰਾ ਸੀ। ਜੀ We do not have data on the amount of money that was spent on the Narendra Modi campaign. ਸਾਡੇ ਕੋਲ ਡਾਟਾ ਨਹੀਂ ਹੈ ਕਿ ਮੋਦੀ ਦੇ ਇਸ ਚੋਣ ਮੁਹਿੰਮ ਦੇ ਉੱਤੇ ਕਿੰਨਾ ਪੈਸਾ ਖਰਚ ਕੀਤਾ ਗਿਆ। ਜੀ And unfortunately there is no limit on spending by political parties as opposed to individual candidates. ਤੇ ਭਾਰਤ ਦੇ ਸਿਸਟਮ ਦੇ ਵਿੱਚ ਨਿੱਜੀ ਉਮੀਦਵਾਰ ਕਿੰਨਾ ਖਰਚ ਕਰਦਾ ਉਹਦੇ ਤੇ ਤਾਂ ਕੋਈ ਪਾਬੰਦੀਆਂ ਹੋਣਗੀਆਂ, ਪਰ ਪਾਰਟੀ ਕਿੰਨਾ ਖਰਚ ਕਰਦੀ ਹੈ ਇਹਦੇ ਤੇ ਕੋਈ ਪਾਬੰਦੀ ਨਹੀਂ ਹੈ। ਜੀ ਬਟ ਐਸਟੀਮੇਟਸ ਆਰ ਇਨ ਐਕਸੈਸ ਆਫ ₹5000 ਕਰੋੜ, ਅਬਾਊਟ 500 ਮਿਲੀਅਨ। ਪਰ ਜੇ ਬਹੁਤ ਖਿੱਚ ਕੇ ਵੀ ਅੰਦਾਜ਼ਾ ਲਾਓ ਤੇ ਫਿਰ ਇਸ ਚੋਣ ਦੇ ਵਿੱਚ 5000 ਕਰੋੜ ਤੋਂ ਜ਼ਿਆਦਾ ਯਾਨੀ ਕਿ $500 ਮਿਲੀਅਨ ਜਿਹੜਾ ਬਣਦਾ ਹੈ 5000 ਕਰੋੜ ਦਾ ਜੀ ਉਹ ਜਿਹੜਾ ਹੈ ਉਹ ਖਰਚ ਕੀਤਾ ਗਿਆ। This was possible because some large corporate entities threw their full weight behind Modi, seeing in him a strong leader who would deliver all the benefits and incentives they have got used to. ਉਹਨਾਂ ਨੇ ਕਿਹਾ ਵੀ ਇੰਨਾ ਖਰਚਾ 5000 ਕਰੋੜ ਦਾ ਕਰਨਾ ਇਸੇ ਲਈ ਸੰਭਵ ਹੋਇਆ ਹੈ ਕਿ ਜਿਹੜੇ ਵੱਡੇ ਸਨਅਤੀ ਘਰਾਣੇ ਸੀ, ਕਾਰਪੋਰੇਟ ਇੰਡੀਆ ਸੀ, ਉਹਨਾਂ ਨੇ ਮੋਦੀ ਦੇ ਪਿੱਛੇ ਆਪਣਾ ਸਾਰਾ ਭਾਰ ਸੁੱਟ ਦਿੱਤਾ ਹੈ ਕਿਉਂਕਿ ਉਹ ਸਮਝਦੇ ਸੀ ਕਿ ਉਹ ਇੱਕ ਚੰਗੇ ਮਜ਼ਬੂਤ ਲੀਡਰ ਦੇ ਤੌਰ ਤੇ ਜੇ ਉੱਭਰਦਾ ਹੈ ਤੇ ਜਿੰਨੀਆਂ ਮੌਜਾਂ, ਬੈਨੀਫਿਟਸ ਐਂਡ ਇਨਸੈਂਟਿਵਸ ਜੋ ਮਾਣ ਰਹੇ ਨੇ ਉਹ ਉਹਨਾਂ ਦੀਆਂ ਬਰਕਰਾਰ ਰਹਿਣਗੀਆਂ। ਜੀ And their investment in him seems to have paid off for now, as the clear majority achieved by his party alone, not to mention the strong showing by National Democratic Alliance allies, seem to have given Modi a free hand to do whatever he wants at a national level. ਉਹਨੇ ਕਿਹਾ ਜੀ ਜੋ ਉਹਨਾਂ ਨੇ ਉਹਦੇ ਤੇ ਪੂੰਜੀ ਨਿਵੇਸ਼ ਕੀਤਾ ਸੀ ਮੋਦੀ ਤੇ ਉਹ ਸਫਲ ਰਿਹਾ ਕਿਉਂਕਿ ਨਾ ਸਿਰਫ ਉਹਦੀ ਪਾਰਟੀ ਨੂੰ ਹੀ ਸਪਸ਼ਟ ਬਹੁਮਤ ਮਿਲਿਆ ਬਲਕਿ ਉਹਨਾਂ ਦਾ ਜਿਹੜਾ ਨੈਸ਼ਨਲ ਡੈਮੋਕ੍ਰੈਟਿਕ ਅਲਾਈਅੰਸ ਹੈ NDA ਹੈ ਉਹਨੂੰ ਵੀ ਮੈਜੋਰਿਟੀ ਮਿਲੀ ਹੈ ਔਰ ਹੁਣ ਮੋਦੀ ਦੀ ਮਰਜ਼ੀ ਆ, ਜੋ ਮਰਜ਼ੀ ਕਰੇ, ਉਹ ਹਰ ਚੀਜ਼ ਦਾ ਮਾਲਕ ਹੈ। ਉਹਦੇ ਕੋਲ ਹੁਣ ਕੋਈ ਵੀ ਫੈਸਲਾ ਆਜ਼ਾਦਾਨਾ ਤੌਰ ਤੇ ਲੈ ਸਕਣ ਦੀ ਸਮਰੱਥ ਹੈ ਜੀ। This huge mandate does provide so-called political stability, but it is at the same time a concern for Indian democracies for several reasons. ਉਹਨੇ ਕਿਹਾ ਜੀ ਠੀਕ ਹੈ, ਇਸੇ ਨੂੰ ਹੀ so-called ਅਖੌਤੀ ਰਾਜਸੀ ਸਥਿਰਤਾ ਕਹਿ ਸਕਦੇ ਹੋ, ਪਰ ਇਸ ਨੇ ਭਾਰਤੀ ਲੋਕਤੰਤਰ ਦੇ ਸਾਹਮਣੇ ਬਹੁਤ ਸਾਰੇ ਜਿਹੜੇ ਸਵਾਲ ਨੇ ਉਹ ਲਿਆ ਕੇ ਖੜੇ ਕਰ ਦਿੱਤੇ ਨੇ। The underlying association with right-wing organization Rashtriya Swayamsevak Sangh, which pulls many of the strings in the BJP, has always been an issue. ਕਿ ਜਿਹੜਾ ਅਸਲੀ ਸਬੰਧ ਹੈ ਇਸ ਪਾਰਟੀ ਦਾ ਰਾਈਟ ਵਿੰਗ ਦਾ RSS ਦੇ ਨਾਲ, ਉਹੀ RSS ਹੈ ਜਿਹੜੀ ਕਿ BJP ਦੀਆਂ ਤਣੀਆਂ ਖਿੱਚਦੀ ਹੈ ਕਿ BJP ਨੇ ਕੀ ਕਰਨਾ ਹੈ ਫੈਸਲਾ RSS ਡਿਸਾਈਡ ਕਰਦੀ ਹੈ। But now the personality cult around an authoritarian leader may be an even bigger problem. ਵੀ ਪਹਿਲਾਂ ਤਾਂ ਸਮੱਸਿਆ ਸੀ ਕਿ BJP ਨੂੰ ਦੀਆਂ ਤਣੀਆਂ RSS ਖਿੱਚਦੀ ਸੀ, ਪਰ ਹੁਣ ਇੱਕ ਐਸਾ ਪਰਸਨੈਲਿਟੀ ਕਲਟ ਖੜਾ ਕਰ ਦਿੱਤਾ ਗਿਆ, ਇੱਕ ਬੰਦੇ ਦੇ ਦੁਆਲੇ ਸਾਰੀ ਤਾਕਤ ਖੜੀ ਕਰ ਦਿੱਤੀ ਗਈ ਜਿਹੜਾ ਅਥਾਰਟੇਰੀਅਨ ਹੈ, ਜਿਹੜਾ ਡਿਕਟੇਟਰਾਨਾ ਹੈ, ਅਥਾਰਟੇਰੀਅਨ ਡਿਕਟੇਟਰ ਨੂੰ ਹੀ ਕਹਿੰਦੇ ਨੇ। ਇਹ ਇੱਕ ਹੋਰ ਵੱਡੀ ਸਮੱਸਿਆ ਬਣੇਗਾ। Until relatively recently, Modi was widely seen as a polarizing and distrusted figure even within his own party. ਬੜੇ ਤਾਜ਼ਾ ਸਮੇਂ ਤੱਕ ਉਹਦੀ ਪਾਰਟੀ ਦੇ ਅੰਦਰ ਵੀ ਮੋਦੀ ਨੂੰ ਇੱਕ ਧਰੁਵੀਕਰਨ ਕਰਨ ਵਾਲੀ, ਪੋਲਰਾਈਜ਼ ਕਿ ਇੱਕ ਦੂਜੇ ਪਾਸੇ ਵੰਡਣ ਵਾਲੀ ਤਾਕਤ ਦੇ ਤੌਰ ਤੇ ਡਿਸਟਰਸਟਡ ਫਿਗਰ ਨਾ ਇਤਬਾਰੇ ਬੰਦੇ ਦੇ ਤੌਰ ਤੇ ਦੇਖਿਆ ਜਾਂਦਾ ਸੀ। His role in the pogrom against Muslims in Gujarat may not yet have been punished by the Indian courts. ਕਿ ਉਹਨੇ ਜੋ ਗੁਜਰਾਤ ਚ ਮੁਸਲਮਾਨਾਂ ਦੀ ਨਸਲਕੁਸ਼ੀ ਪ੍ਰੋਗਰਾਮ ਕਹਿੰਦੇ ਨੇ, ਜਿਵੇਂ ਹਿਟਲਰ ਨੇ ਯਹੂਦੀਆਂ ਨੂੰ ਮਾਰਿਆ ਸੀ, ਇਹ ਵਰਡ ਵੀ ਜਰਮਨ ਜ਼ਬਾਨ ਦਾ ਉੱਥੋਂ ਆਇਆ ਕਿ ਬੇਸ਼ੱਕ ਉਹਦੇ ਚ ਭਾਰਤੀ ਅਦਾਲਤਾਂ ਨੇ
ਮੋਦੀ ਨੂੰ ਅਜੇ ਤੱਕ ਦੋਸ਼ੀ ਨਾ ਮੰਨਿਆ ਹੋਇਆ। ਉਹਨੇ ਕਿਹਾ ਵੀ ਐਂਡ ਨਾਓ ਲੁਕਸ ਲਾਈਕ ਇਟ ਵਿਲ ਨੈਵਰ ਬੀ, ਵੀ ਕਦੇ ਵੀ ਉਹਨੂੰ ਦੋਸ਼ੀ ਨਹੀਂ ਬਣਾਇਆ ਜਾਏਗਾ। ਬਟ ਹਿਸ ਕਲਪੇਬਿਲਿਟੀ ਇਨ ਟਰਮਸ ਆਫ ਪ੍ਰੀਜ਼ਾਈਡਿੰਗ ਐਜ਼ ਚੀਫ ਮਿਨਿਸਟਰ over the state in which they occurred and not punishing the guilty is still evident। ਇਹ ਅਦਾਲਤਾਂ ਨੇ ਭਾਵੇਂ ਉਹਨੂੰ ਬਰੀ ਕਰ ਦਿੱਤਾ ਹੋਏ, ਪਰ ਉਹਦੀ ਜ਼ਿੰਮੇਵਾਰੀ ਕਿ ਮੁੱਖ ਮੰਤਰੀ ਦੇ ਤੌਰ ਤੇ ਉਹਦੇ ਥੱਲੇ ਇੰਨਾ ਵੱਡਾ ਕਤਲੇਆਮ ਹੋਇਆ ਔਰ ਜਿਨ੍ਹਾਂ ਨੇ ਕੀਤਾ ਉਹਨਾਂ ਨੂੰ ਸਜ਼ਾ ਨਹੀਂ ਮਿਲੀ, ਇਹ ਜਿਹੜਾ ਦਾਗ ਹੈ ਹਮੇਸ਼ਾ ਇਹਦੇ ਉੱਤੇ ਰਹੇਗਾ। ਜੀ ਜੀ। The communal peace that has supposedly prevailed in Gujarat since then has been achieved in a tremendous cost to the minorities। ਅੱਜ ਜਿਹੜਾ ਕਿਹਾ ਜਾਂਦਾ ਜੀ ਕਿ ਉੱਥੇ ਬੜੀ ਸੰਪਰਦਾਇਕ ਸ਼ਾਂਤੀ ਹੋ ਗਈ ਹੈ ਗੁਜਰਾਤ ਦੇ ਵਿੱਚ, ਇਹ ਘੱਟ ਗਿਣਤੀ ਨੂੰ ਯਾਨੀ ਕਿ ਮੁਸਲਮਾਨਾਂ ਨੂੰ ਬਹੁਤ ਜ਼ਬਰਦਸਤ ਇਸ ਦੀ ਕੀਮਤ ਦੇਣੀ ਪਈ, essentially by terrorizing them into submission। ਉਹ ਇਸ ਲਈ ਉੱਥੇ ਸ਼ਾਂਤੀ ਹੈ ਕਿ ਮੁਸਲਮਾਨਾਂ ਨੂੰ ਇੰਨਾ ਕੁ ਡਰਾ ਦਿੱਤਾ ਗਿਆ ਹੈ ਕਿ ਉਹਨਾਂ ਨੇ ਗੋਡੇ ਟੇਕ ਦਿੱਤੇ ਨੇ। ਸਬਮਿਸ਼ਨ ਹੁੰਦਾ ਹੈ ਆਪਣੇ ਆਪ ਨੂੰ ਅਗਲੇ ਦੇ ਹਵਾਲੇ ਕਰ ਦੇਣਾ ਜੀ। ਮੁਸਲਿਮ ਫੈਮਿਲੀਜ਼ ਐਂਡ ਇੰਡੀਵਿਜੂਅਲਸ ਆਰ ਇਨਕਰੀਜ਼ਿੰਗਲੀ ghettoized, finding it impossible to buy or rent accommodation in dominantly Hindu areas। ਕਿ ਜਿਵੇਂ ਇੱਥੇ ਗੋਰਿਆਂ ਨੇ ਕਾਲਿਆਂ ਦੇ ਘੈਟੋ ਬਣਾ ਦਿੱਤੇ ਸੀ, ਜਾਂ ਜਰਮਨ 'ਚ ਨਾਜ਼ੀਆਂ ਨੇ ਯਹੂਦੀਆਂ ਦੇ ਘੈਟੋ ਬਣਾਏ ਸੀ ਕਿ ਉਸ ਇਲਾਕੇ 'ਚ ਹੀ ਰਹਿਣਗੇ, ਉੱਥੋਂ ਨਿਕਲ ਨਹੀਂ ਸਕਦੇ। ਇਸੇ ਤਰੀਕੇ ਨਾਲ ਗੁਜਰਾਤ ਦੇ ਵਿੱਚ ਮੁਸਲਮਾਨ ਪਰਿਵਾਰਾਂ ਨੂੰ, ਵਿਅਕਤੀਆਂ ਨੂੰ ਪੁਸ਼ ਕਰ ਦਿੱਤਾ ਗਿਆ ਘੈਟੋਸ ਦੇ ਵਿੱਚ, ਔਰ ਉੱਥੇ ਕਿਸੇ ਵੀ ਹਿੰਦੂ ਬਹੁ ਗਿਣਤੀ ਏਰੀਏ 'ਚ ਕਿਸੇ ਮੁਸਲਮਾਨ ਲਈ ਘਰ ਖਰੀਦਣਾ ਜਾਂ ਕਿਰਾਏ ਤੇ ਲੈਣਾ ਲਗਭਗ ਅਸੰਭਵ ਹੈ। Muslim youths are not only discriminated in employment but much more exposed to being picked up, interrogated and even imprisoned on mere suspicion of being terrorists। ਕਿ ਮੁਸਲਮਾਨ ਨੌਜਵਾਨਾਂ ਨੂੰ ਨਾ ਸਿਰਫ ਉਹਨਾਂ ਦੇ ਨਾਲ ਨੌਕਰੀ ਦੇਣ ਲੱਗੇ ਧੱਕਾ ਹੁੰਦਾ, ਪਰ ਉਹਨਾਂ ਨੂੰ ਚੁੱਕਿਆ ਜਾਂਦਾ ਘਰਾਂ ਤੋਂ, ਉਹਨਾਂ ਦੀ ਪੁੱਛਗਿੱਛ ਦੇ ਬਹਾਨੇ ਟਾਰਚਰ ਕੀਤਾ ਜਾਂਦਾ ਹੈ, ਕੈਦ ਕੀਤਾ ਜਾਂਦਾ ਹੈ ਔਰ ਉਹਨਾਂ ਦੇ ਉੱਤੇ ਦਹਿਸ਼ਤਗਰਦ ਦਾ ਲੇਬਲ ਲਾ ਦਿੱਤਾ ਜਾਂਦਾ ਜੀ। ਬੈਂਕ ਲੋਨਸ ਆਰ ਹਾਰਡ ਟੂ ਕਮ ਬਾਈ ਫॉर ਪੀਪਲ ਫਰੋਮ ਮਾਈਨੋਰਿਟੀਜ਼। ਘੱਟ ਗਿਣਤੀਆਂ ਨੂੰ ਕੋਈ ਬੈਂਕ ਲੋਨ ਨਹੀਂ ਦਿੱਤੇ ਜਾਂਦੇ। ਐਂਡ ਇੰਟਰ ਕਮਿਊਨਿਟੀ ਸੋਸ਼ਲ ਮਿੰਗਲਿੰਗ ਪਾਰਟਿਕੂਲਰਲੀ ਬਿਟਵੀਨ ਯੰਗ ਮੈਨ ਐਂਡ ਵੂਮਨ ਇਜ਼ ਫਰਾਊਂਡ ਅਪਨ। ਕਿ ਨੌਜਵਾਨ ਮੁੰਡੇ ਕੁੜੀਆਂ ਦੇ ਵਿੱਚ ਮੇਲ ਮਿਲਾਪ ਦੋਨਾਂ ਦਾ, ਹਿੰਦੂਆਂ ਮੁਸਲਮਾਨਾਂ ਦਾ, ਇਸ ਨੂੰ ਬੜੀ ਬੁਰੀ ਨਜ਼ਰ ਦੇ ਨਾਲ ਦੇਖਿਆ ਜਾਂਦਾ ਜੀ। that this piece of graveyard may be extended across India is a frightening prospect। ਇਹ ਜਿਹੜੀ ਗੁਜਰਾਤ ਦੇ ਵਿੱਚ ਕਬਰਾਂ ਦੀ ਸ਼ਾਂਤੀ ਇਸ ਤਰੀਕੇ ਨਾਲ ਡਰਾ ਕੇ ਮੁਸਲਮਾਨਾਂ ਨੂੰ ਹਾਸਲ ਕੀਤੀ ਹੈ, ਹੁਣ ਇਸ ਦਾ ਇਹ ਖਦਸ਼ਾ ਹੈ ਕਿ ਜੇ ਇਹ ਸਾਰੇ ਭਾਰਤ ਦੇ ਵਿੱਚ ਇਸ ਤਰ੍ਹਾਂ ਦੀ ਕਬਰਾਂ ਦੀ ਸ਼ਾਂਤੀ ਲਿਆ ਦਿੱਤੀ ਜਾਏ ਤੇ ਉਹਨੇ ਗਾਰਡੀਅਨ ਕਹਿੰਦਾ ਵੀ ਇਹ ਸੁਣ ਕੇ ਹੀ ਖੌਫ ਆਉਂਦਾ ਹੈ। ਫਰਾਈਟਨਿੰਗ ਪ੍ਰੋਸਪੈਕਟ ਜੀ। ਆਲਰੇਡੀ ਡਿਊਰਿੰਗ ਦ ਇਲੈਕਸ਼ਨ ਕੈਂਪੇਨ ਦ ਸਾਈਨਸ ਆਫ ਥਿੰਗਸ ਟੂ ਕਮ ਵਰ ਐਵੀਡੈਂਟ। ਇਹਨਾਂ ਦੀ ਚੋਣ ਮੁਹਿੰਮ ਦੇ ਦੌਰਾਨ ਇਹ ਗੱਲ ਸਾਹਮਣੇ ਆ ਰਹੀ ਸੀ ਕਿ ਭਾਰਤ 'ਚ ਕੀ ਹੋਣ ਜਾ ਰਿਹਾ ਹੈ। In the early stages of the campaign, the focus was more on the defects of the current United Progressive Alliance government and the supposed material progress of Gujarat under Modi। However, illusory such progress may have been for most of its citizens। ਕਿ ਸ਼ੁਰੂ ਦੇ ਦਿਨਾਂ 'ਚ ਇਹ ਉਹਨਾਂ ਨੇ ਲਿਆਂਦਾ ਸੀ ਕਿ ਜਿਹੜੀ ਸਰਕਾਰ ਹੈ ਯੂਨਾਈਟਿਡ ਪ੍ਰੋਗਰੈਸਿਵ ਅਲਾਇੰਸ ਦੀ, UPA ਦੀ, ਉਹਦੇ 'ਚ ਕੀ ਕਮੀਆਂ ਨੇ ਔਰ ਕਿਵੇਂ ਗੁਜਰਾਤ ਦੇ ਵਿੱਚ ਮੋਦੀ ਦੇ ਥੱਲੇ ਕਿਵੇਂ ਤਰੱਕੀ ਹੋਈ ਹੈ। ਭਾਵੇਂ ਕਿ ਬਹੁਤ ਸਾਰੀ ਇਹ ਤਰੱਕੀ ਦੀਆਂ ਗੱਲਾਂ ਇੱਕ ਛਲਾਵਾ ਹੈ, ਇਸ ਤੋਂ ਜ਼ਿਆਦਾ ਕੁਝ ਨਹੀਂ ਹੈ ਜੀ। The attempt was to show him not as divisive but decisive। ਕਿ ਜਿਹੜਾ ਯਤਨ ਸੀ ਇਸ ਮੁਹਿੰਮ ਦਾ ਉਹ ਇਹ ਸੀ ਕਿ ਮੋਦੀ ਜਿਹੜਾ ਹੈ ਉਹ ਵੰਡਣ ਵਾਲਾ ਨਹੀਂ ਹੈ, ਆਪਸੀ ਫੁੱਟ ਪਾਉਣ ਵਾਲਾ ਨਹੀਂ ਹੈ, ਪਰ ਉਹ ਫੈਸਲਾ ਲੈਣ ਦੀ ਹਿੰਮਤ ਰੱਖਦਾ ਹੈ। ਡਿਵਾਈਸਿਵ, not divisive but decisive ਜੀ। In the later stages of campaigning, the gloves were off and an increasingly strident BJP exposed their true attitudes। ਪਹਿਲਾਂ ਤਾਂ ਵਿਕਾਸ ਦੀ ਗੱਲ ਹੋਈ, ਪਰ ਬਾਅਦ ਦੇ ਵਿੱਚ ਉਹਨਾਂ ਨੇ ਆਪਣਾ ਨਕਾਬ ਲਾ ਦਿੱਤਾ ਔਰ ਉਹਨਾਂ ਨੇ ਜਿਹੜੀ ਅਸਲੀਅਤ ਹੈ BJP ਦੀ ਉਹ ਸਾਹਮਣੇ ਆਣੀ ਸ਼ੁਰੂ ਹੋਈ ਜੀ। In a speech in West Bengal, Modi declared that only Hindu migrants from Bangladesh were welcome, the others would be repatriated। ਬੰਗਾਲ ਦੇ ਵਿੱਚ ਇੱਕ ਤਕਰੀਰ ਕਰਦਿਆਂ ਮੋਦੀ ਨੇ ਕਿਹਾ ਕਿ ਜਿਹੜੇ ਬੰਗਲਾਦੇਸ਼ ਤੋਂ ਆਏ ਹਿੰਦੂ ਸ਼ਰਨਾਰਥੀ ਨੇ ਉਹ ਤਾਂ ਭਾਰਤ ਦੇ ਵਿੱਚ ਰਹਿ ਸਕਣਗੇ, ਜਿਹੜੇ ਮੁਸਲਮਾਨ ਨੇ ਉਹਨਾਂ ਸਾਰਿਆਂ ਨੂੰ ਵਾਪਸ ਭੇਜਿਆ ਜਾਏਗਾ। His henchmen declared in Uttar Pradesh that anyone who didn't support Modi should go back to Pakistan where they belonged। ਉਸ ਦਾ ਜਿਹੜਾ ਬਹੁਤ ਸਮਰਥਕ ਨੇ ਉਹਨਾਂ ਨੇ ਐਲਾਨ ਕੀਤਾ UP ਦੇ ਵਿੱਚ ਕਿ ਉਹੀ ਰਹੇਗਾ ਜਿਹੜਾ ਮੋਦੀ ਨੂੰ ਸਪੋਰਟ ਕਰੇਗਾ ਮੁਸਲਮਾਨ, ਜਿਹੜਾ ਨਹੀਂ ਕਰੇਗਾ ਉਹਨੂੰ ਪਾਕਿਸਤਾਨ ਭੇਜ ਦਿੱਤਾ ਜਾਏਗਾ ਜੀ।
that all this belligerence only seems to have helped them at the polls is alarming ਕਿ ਇਸ ਕਿਸਮ ਦਾ ਨਾ ਪੱਖੀ belligerence ਹੁੰਦਾ ਹੈ ਹਟ ਕੇ ਔਰ ਨਫ਼ਰਤ ਭਰੀਆਂ ਗੱਲਾਂ ਕਰਨੀਆਂ ਉਹਨਾਂ ਨੇ ਜਿਹੜਾ ਜੋ ਜਿਵੇਂ ਇਲੈਕਸ਼ਨਾਂ ਦੇ ਵਿੱਚ ਕੀਤੀਆਂ ਇਹ ਗੱਲ ਬੜੀ ਘਬਰਾਹਟ ਪੈਦਾ ਕਰਨ ਵਾਲੀ ਹੈ ਅਖੀਰਲੇ ਪਹਿਰੇ ਨੇ ਮੋਦੀ even took on the election commission threatening him with dire consequences for preventing his rally in Varanasi ਮੋਦੀ ਨੇ ਇਲੈਕਸ਼ਨ ਕਮਿਸ਼ਨ ਨੂੰ ਵੀ ਧਮਕੀ ਦਿੱਤੀ ਕਿਉਂਕਿ ਉਹਨਾਂ ਨੇ ਉਹਦੀ ਮੋਦੀ ਦੀ ਜਿਹੜੀ ਰੈਲੀ ਸੀ ਵਾਰਾਣਸੀ ਦੇ ਵਿੱਚ ਉਹ ਕੈਨਸਲ ਕਰ ਦਿੱਤੀ yet and this raises another major concern that such bullying tactics can succeed ਕਿ ਇਹਨੇ ਇੱਕ ਇਹ ਵੀ ਪ੍ਰਭਾਵ ਦਿੱਤਾ ਹੈ ਕਿ ਇਹ ਜਿਹੜਾ ਧਮਕਾ ਕੇ ਕਰਨ ਵਾਲਾ ਕੰਮ ਹੈ ਇਹ ਕਾਮਯਾਬ ਹੋਏਗਾ for too many of India's democratic institutions are weak and even those holding constitutional positions can often be bribed or cowered into subservience ਕਿਉਂਕਿ ਭਾਰਤ ਦੀਆਂ ਬਹੁਤ ਸਾਰੀਆਂ ਜਿਹੜੀਆਂ ਲੋਕਤੰਤਰੀ ਸੰਸਥਾਵਾਂ ਨੇ ਉਹ ਬਹੁਤ ਕਮਜ਼ੋਰ ਨੇ ਔਰ ਉਹਨਾਂ ਨੂੰ ਜਾਂ ਰਿਸ਼ਵਤ ਦੇ ਕੇ ਖਰੀਦਿਆ ਜਾ ਸਕਦਾ ਜਿਹੜੇ ਬੰਦੇ ਉੱਥੇ ਬੈਠੇ ਨੇ ਜਾਂ ਉਹਨਾਂ ਨੂੰ ਡਰਾ ਕੇ ਉਹਨਾਂ ਨੂੰ ਗੋਡੇ ਟੇਕਣ ਤੇ ਮਜਬੂਰ ਕੀਤਾ ਜਾ ਸਕਦਾ The increasingly corporated media has displayed its supine character, already avoiding asking the BJP candidate difficult questions or plotting to or pointing to some of the clear dishonesty in the claims made about his success in Gujarat. ਉਹਨੇ ਕਿਹਾ ਜੀ ਮੀਡੀਆ ਜਿਹੜਾ ਹੈ ਉਹਨੇ ਪਹਿਲਾਂ ਹੀ ਦੱਸ ਦਿੱਤਾ ਹੈ ਵੀ ਉਹਨੂੰ ਕਾਰਪੋਰੇਟ ਸਨਅਤੀ ਘਰਾਣਿਆਂ ਨੇ ਖਰੀਦਿਆ ਹੋਇਆ ਕਿਉਂਕਿ ਉਹਨਾਂ ਨੇ ਨਾ ਤਾਂ ਨਰਿੰਦਰ ਮੋਦੀ ਤੋਂ ਇੰਟਰਵਿਊ ਦੇ ਦੌਰਾਨ ਕੋਈ ਔਖੇ ਸਵਾਲ ਪੁੱਛੇ ਜਿਹੜੇ ਕਿ ਉਹਨੂੰ ਤਕਲੀਫ ਦੇ ਹੋਣ ਤੇ ਨਾ ਹੀ ਉਹਨਾਂ ਨੇ ਗੁਜਰਾਤ ਦੇ ਵਿੱਚ ਜੋ ਮੋਦੀ ਆਪਣਾ ਸੌਦਾ ਵੇਚ ਰਿਹਾ ਹੈ ਜਿਹੜਾ ਬੇਈਮਾਨਾ ਉਹਦੀ ਪ੍ਰੈਜੈਂਟੇਸ਼ਨ ਹੈ ਉਹਦੇ ਉੱਪਰ ਵੀ ਮੀਡੀਆ ਨੇ ਕੋਈ ਸਵਾਲ ਨਹੀਂ ਉਠਾਇਆ ਅਖੀਰਲਾ ਪੈਰ ਹੈ The BJP's economic program for India has thus far been short of specifics ਭਾਰਤ ਬਾਰੇ ਉਹਦੇ ਆਰਥਿਕ ਕੀ ਸੁਪਨਾ ਹੈ ਕੀ ਪ੍ਰੋਗਰਾਮ ਹੈ ਇਹ ਬਿਲਕੁਲ ਉਹਦੇ ਬਾਰੇ ਕੋਈ ਵੇਰਵੇ ਕਦੇ ਨਹੀਂ ਆਏ But if the experience of Modi's rule in Gujarat is anything to go by, it will involve crony capitalism that promotes and incentivizes big business through all sorts of explicit and implicit subsidies, keeping wages low and suppressing any workers' action, repression of popular movements and cracking down on dissent. ਕਿ ਜੋ ਕੁਝ ਗੁਜਰਾਤ ਦੇ ਵਿੱਚ ਜੇ ਉਹੀ ਮਾਡਲ ਮੋਦੀ ਨੇ ਜਿਹੜਾ ਲਾਇਆ ਹੈ ਜੇ ਉਹ ਭਾਰਤ ਦੇ ਵਿੱਚ ਲਾਗੂ ਹੁੰਦਾ ਹੈ ਤਾਂ ਉਸ ਮਾਡਲ ਦੇ ਵਿੱਚ ਕੀ ਹੈ ਕਿ ਉਹਨਾਂ ਘਰਾਣਿਆਂ ਨੂੰ ਜਿਹੜੇ ਕਿ ਉਹਦੇ ਚਮਚੇ ਨੇ ਕਰੋਨੀ ਹੁੰਦਾ ਜਿਹੜੇ ਉਹਦੇ ਚਮਚੇ ਨੇ ਉਹਨਾਂ ਨੂੰ ਪ੍ਰਮੋਟ ਕਰਨਾ ਉਹਨਾਂ ਨੂੰ ਜਿਹੜੀਆਂ ਰਿਆਇਤਾਂ ਦੇਣੀਆਂ ਹਰ ਤਰੀਕੇ ਦੀ ਜਿਹੜੀ ਹੈ ਐਕਸਪਲਿਸਿਟ ਇੰਪਲਿਸਿਟ ਸਬਸਿਡੀ ਦੇਣੀ ਵਰਕਰਾਂ ਦੀਆਂ ਤਨਖਾਹਾਂ ਬਹੁਤ ਘੱਟ ਰੱਖਣੀਆਂ ਕੋਈ ਵੀ ਵਰਕਰ ਹੜਤਾਲ ਨਾ ਕਰ ਸਕਣ ਉਹਨਾਂ ਨੂੰ ਦਬਾ ਕੇ ਰੱਖਣਾ ਕੋਈ ਵੀ ਜਿਹੜੀ ਲੋਕ ਲਹਿਰ ਲੋਕਾਂ ਦੇ ਚੱਲਦੀ ਹੈ ਉਹਨੂੰ ਦਬਾ ਦੇਣਾ ਔਰ ਸਿਆਸੀ ਤੌਰ ਦੇ ਉੱਤੇ ਜਿਹੜੀ ਆਵਾਜ਼ ਵਿਰੋਧ ਦੇ ਵਿੱਚ ਉੱਠਦੀ ਹੈ ਉਸ ਦਾ ਗਲਾ ਘੁੱਟ ਦੇਣਾ The human costs of this kind of growth are enormous as are the human costs of achieving communal peace through fear ਇਹ ਜਿਹੜੀ ਚੀਜ਼ ਹੈ ਇਸ ਦੀ ਇਨਸਾਨੀ ਕਦਰਾਂ ਕੀਮਤਾਂ ਦੇ ਲਈ ਬਹੁਤ ਜ਼ਿਆਦਾ ਇਸ ਦੀ ਕੀਮਤ ਚੁਕਾਣੀ ਪਏਗੀ ਕਿਉਂਕਿ ਇਹ ਜਿਹੜੀ ਸ਼ਾਂਤੀ ਹੈ ਅਖੌਤੀ ਇਹ ਡਰ ਦੇ ਥੱਲੇ ਖੜੀ ਕੀਤੀ ਗਈ ਹੈ ਕਾਰਪੋਰੇਟ ਇੰਡੀਆ ਐਂਡ ਹਿੰਦੂ ਮੈਜੋਰਿਟੇਰੀਅਨਿਜ਼ਮ ਹੈਵ ਵਨ ਦਿਸ ਪਾਰਟਿਕੂਲਰ ਰਾਉਂਡ ਕਿ ਇਹ ਜਿਹੜਾ ਪਹਿਲਾ ਰਾਉਂਡ ਸੀ ਇਹ ਹਿੰਦੂ ਬਹੁਗਿਣਤੀ ਨੇ ਔਰ ਭਾਰਤ ਦੇ ਸਨਅਤੀ ਘਰਾਣਿਆਂ ਨੇ ਜਿੱਤਿਆ ਬਟ ਕੈਨ ਦੇ ਆਲਸੋ ਰੀਸ਼ੇਪ ਇੰਡੀਅਨ ਪੋਲਿਟਿਕਸ ਪਰ ਕੀ ਉਹ ਭਾਰਤੀ ਸਿਆਸਤ ਨੂੰ ਵੀ ਕੋਈ ਨਵਾਂ ਜਿਹੜੀ ਹੈ ਰੰਗਤ ਦੇਣਗੇ ਇਕਨੋਮੀ ਐਂਡ ਸੋਸਾਇਟੀ in this unpleasant image ਕਿ ਜਿਹੜਾ ਉਹਨਾਂ ਦਾ ਇਹ ਹੁਣ ਕਰੂਪ ਇਮੇਜ ਬਣਿਆ ਉਹਦੇ ਥੱਲੇ ਕੀ ਉਹ ਭਾਰਤੀ ਸਿਆਸਤ ਆਰਥਿਕਤਾ ਤੇ ਸਮਾਜ ਨੂੰ ਵੀ ਕੋਈ ਇਸ ਕਿਸਮ ਦਾ ਇੱਕ ਘਿਨਾਉਣਾ ਰੂਪ ਦੇਣਗੇ ਇਸ ਦੇ ਉੱਤੇ ਸਵਾਲੀਆ ਨਿਸ਼ਾਨ ਹੈ ਸੋ ਇਹ ਗਾਰਡੀਅਨ ਦਾ ਰਾਈਟ ਅਪ ਹੈ ਔਰ ਅਸੀਂ ਮਿਸਟਰ ਜਯਤੀ ਘੋਸ਼ ਜਿਹੜੇ ਕਿ ਇੱਕ ਹਿੰਦੂ ਵੀਰ ਨੇ ਉਹਨਾਂ ਨੂੰ ਮੁਬਾਰਕਬਾਦ ਦਿੰਦੇ ਹਾਂ ਕਿ ਈਵਨ ਇਸ ਵੇਲੇ ਜਦੋਂ ਚਾਰੋਂ ਪਾਸੇ ਹਿੰਦੂਤਵਾ ਦਾ ਬੋਲਬਾਲਾ ਹੈ ਔਰ ਜਿੱਤ ਗਿਆ ਮੋਦੀ ਜਿੱਤ ਗਿਆ ਦਾ ਰੌਲਾ ਚਾਰ ਚਫੇਰੇ ਸੈਲੀਬ੍ਰੇਸ਼ਨਸ ਹੋ ਰਹੀਆਂ ਨੇ ਇਸ ਵੇਲੇ ਵੀ ਇਸ ਕਿਸਮ ਦਾ ਕਰੇਜੀਅਸ ਇੱਕ ਹਿੰਦੂ ਲੇਖਕ ਜਿਹੜਾ ਉਹ ਇੰਟਰਨੈਸ਼ਨਲ ਲੈਵਲ ਦੇ ਉੱਤੇ ਗਾਰਡੀਅਨ ਦੇ ਵਿੱਚ ਲਿਖ ਕੇ ਇਸ ਕਲੇਮ ਨੂੰ ਚੈਲੰਜ ਕਰ ਰਿਹਾ ਹੈ ਕਿ ਅਲਟੀਮੇਟਲੀ ਮੋਦੀ ਦੀ ਡਾਇਰੈਕਸ਼ਨ ਕੀ ਹੋਏਗੀ ਔਰ ਕਿਵੇਂ ਹਿੰਦੂ ਟੋਟੈਲੀਟੇਰਿਅਨਿਜ਼ਮ ਔਰ ਕਾਰਪੋਰੇਟ ਇੰਡੀਆ ਅਲਟੀਮੇਟਲੀ
ਇੰਡੀਆ ਤੇ ਹੁਣ ਰੂਲ ਕਰਨਗੇ। ਜੀ। ਸੋ ਇਸ ਰਾਈਟ ਅਪ ਨੂੰ ਅਸੀਂ ਸਾਂਝਾ ਕੀਤਾ ਹੈ ਆਪਣੇ ਦਰਸ਼ਕਾਂ ਸਰੋਤਿਆਂ ਨਾਲ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਤਰ੍ਹਾਂ ਲੈਣੇ ਆ ਬ੍ਰੇਕ। ਵੀਅਰਸ, ਤੁਸੀਂ ਸਾਡੇ ਨਾਲ ਇਸ ਤਰ੍ਹਾਂ ਜੁੜੇ ਰਹੋ। ਮਿਲਦੇ ਆ ਛੋਟੇ ਵਕਫੇ ਤੋਂ ਬਾਅਦ।